ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਵਿਰਾਸਤ ਮੀਡੀਆ ਦੇ ਸਪੈਸ਼ਲ ਪ੍ਰੋਗਰਾਮ ਮੈਂ ਤੇ ਮੇਰੀ ਸਿਰਜਣਾ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਮੈਂ ਸਤਿੰਦਰ ਸਿੰਘ ਓਠੀ। ਮੈਂ ਆਪਣੀ ਸਿਰਜਣਾ ਬਾਰੇ ਆਪ ਜੀ ਨਾਲ ਕੁਝ ਸ਼ਬਦ ਸਾਂਝੇ ਕਰਨ ਜਾ ਰਿਹਾ। ਮੈਂ ਆਪਣੀ ਸਿਰਜਣਾ ਦੀ ਸ਼ੁਰੂਆਤ ਦੀ ਜੇ ਗੱਲ ਕਰਾਂ ਤਾਂ ਆਪਣੇ ਸਕੂਲ ਸਮੇਂ ਤੋਂ ਹੀ ਮੈਂ ਕੁਝ ਲਿਖਣਾ ਜੋ ਸ਼ੁਰੂ ਕੀਤਾ ਸੀ। ਖਾਸ ਤੌਰ ਤੇ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਸਰਦਾਰ ਜਸਵੰਤ ਸਿੰਘ ਗਿੱਲ ਜੀ, ਜੋ ਕਿ ਆਪ ਵੀ ਬਹੁਤ ਵਧੀਆ ਸਾਹਿਤਕਾਰ ਹਨ। ਕਾਫੀ ਕਿਤਾਬਾਂ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਨੇ। ਉਹਨਾਂ ਨੇ ਦੇ ਸਕੂਲ ਦੇ ਵਿੱਚ ਪੜ੍ਹਦਿਆਂ ਹੋਇਆਂ ਜਿਸ ਤਰ੍ਹਾਂ ਦਾ ਸਾਹਿਤਕ ਮਾਹੌਲ ਸੀ, ਉਸ ਦਾ ਅਸਰ ਹੋਣਾ ਸੁਭਾਵਿਕ ਹੀ ਸੀ, ਕਿਉਂਕਿ ਇੱਕ ਤਾਂ ਸਵੇਰ ਦੀ ਜਿਹੜੀ ਖਾਸ ਸਭਾ ਹੁੰਦੀ ਸੀ ਬੱਚਿਆਂ ਦੀ, ਬਾਲ ਸਭਾ, ਉਹਦੇ ਵਿੱਚ ਵੀ ਕੁਝ ਨਾ ਕੁਝ ਕਵਿਤਾ ਜਾਂ ਕੁਝ ਹੋਰ ਸਾਹਿਤ ਰੂਪ ਦੀ ਸਿਨਫ ਜਿਹੜੀ ਹੈ ਉਹ ਲੈ ਕੇ ਹਾਜ਼ਰ ਹੁੰਦੇ ਸਾਂ। ਉਹਦੇ ਨਾਲ ਥੋੜ੍ਹਾ ਮਨ ਦੇ ਵਿੱਚ ਵਿਸ਼ਵਾਸ ਜਾਗਿਆ, ਆਤਮ ਵਿਸ਼ਵਾਸ ਬਣਿਆ। ਹੌਲੀ ਹੌਲੀ ਪ੍ਰਿੰਸੀਪਲ ਸਾਹਿਬ ਵੱਲੋਂ ਸਕੂਲ ਦੇ ਵਿੱਚ ਮਹਾਨ ਸਾਹਿਤਕਾਰਾਂ ਨੂੰ ਸੱਦ ਕੇ ਬੱਚਿਆਂ ਦੇ ਨਾਲ ਰੂਬਰੂ ਕਰਵਾਉਣਾ, ਸਾਹਿਤਕ ਸਮਾਗਮ ਜਿਹੜੇ ਉਹ ਕਰਵਾਉਣੇ, ਉਹਨਾਂ ਦਾ ਮਾਹੌਲ ਦਾ ਜੋ ਅਸਰ ਸੀ ਉਹ ਵੀ ਮੇਰੇ 'ਤੇ ਪੈਣਾ ਯਕੀਨੀ ਸੀ। ਜੇ ਹੋਰ ਮੈਂ ਗੱਲ ਕਰਾਂ, ਮੇਰੇ ਘਰ ਦਾ ਮਾਹੌਲ ਵੀ ਸਾਹਿਤਕ ਸੀ। ਮੇਰੇ ਸਤਿਕਾਰਯੋਗ ਚਾਚਾ ਜੀ ਸਰਦਾਰ ਗੁਰਵਿੰਦਰ ਸਿੰਘ ਕੋਮਲ ਜੀ, ਜੋ ਕਿ ਅੱਜ ਕੱਲ੍ਹ ਅਮਰੀਕਾ ਵਿੱਚ ਨੇ, ਉਹਨਾਂ ਨੇ ਵੀ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਕੁਝ ਕਿਤਾਬਾਂ ਪਾਈਆਂ ਨੇ। ਉਹਨਾਂ ਦਾ ਇਹ ਜਿਹੜਾ ਸਾਹਿਤਕ ਮਾਹੌਲ ਦਾ ਅਸਰ ਸੀ, ਉਹਦੇ ਕਰਕੇ ਵੀ ਮੈਂ ਲਿਖਣ ਵੱਲ ਰੁਚਿਤ ਹੋਇਆ। ਇਸ ਤੋਂ ਇਲਾਵਾ ਸਾਡੇ ਸਕੂਲ ਦੇ ਸਾਹਿਤਕ ਮੈਗਜ਼ੀਨ ਰਾਵੀ ਦੀਆਂ ਛੱਲਾਂ, ਉਹਦੇ ਵਿੱਚ ਮੇਰੀ ਪਹਿਲੀ ਕਵਿਤਾ ਲੱਗੀ ਸੀ। 2-3 ਰਚਨਾਵਾਂ ਲੱਗੀਆਂ ਸੀ। ਮਨ ਵਿੱਚ ਆਤਮ ਵਿਸ਼ਵਾਸ ਜਾਗਿਆ, ਹੌਸਲਾ ਮਿਲਿਆ ਕਿ ਹਾਂ ਮੈਂ ਲਿਖ ਸਕਦਾ ਹਾਂ। ਸੋ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਮੇਰੀ ਜਿਹੜੀ ਲਿਖਣ ਦੀ ਸ਼ੁਰੂਆਤ ਉਹ ਹੋਈ ਸਕੂਲ ਦੀ ਲਾਇਬ੍ਰੇਰੀ ਤੋਂ। ਵੱਖ-ਵੱਖ ਸਾਹਿਤਕ ਕਿਤਾਬਾਂ ਪੜ੍ਹਨੀਆਂ, ਮੈਗਜ਼ੀਨ ਪੜ੍ਹਨੇ, ਉਹਨਾਂ ਵਿਚਲੇ ਜਿਹੜੇ ਸਾਹਿਤ ਰੂਪ ਹੈ ਉਹਨਾਂ ਬਾਰੇ ਬੜੇ ਡੂੰਘੀ ਵਿਚਾਰ ਚਰਚਾ ਕਰਨੀ, ਸੋਚਣਾ। ਉਹਦਾ ਅਸਰ ਇਹ ਹੋਇਆ ਕਿ ਮੈਂ ਹੌਲੀ-ਹੌਲੀ ਆਪਣੀ ਜਿਹੜੀ ਤੁਕਬੰਦੀ ਸੀ ਉਹਦੇ ਤੋਂ ਉੱਪਰਲੇ ਲੈਵਲ 'ਤੇ ਆਇਆ, ਕੁਝ ਲਿਖਣਾ ਸ਼ੁਰੂ ਕੀਤਾ। ਕਾਲਜ ਲੈਵਲ 'ਤੇ ਵੀ ਇਸੇ ਤਰ੍ਹਾਂ ਹੋਇਆ। ਕਾਲਜ ਦਾ ਜਿਹੜਾ ਮੈਗਜ਼ੀਨ ਸੀ ਉਹਦਾ ਸਟੂਡੈਂਟ ਐਡੀਟਰ ਬਣਿਆ। ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਐਡਿਟ ਕੀਤਾ। ਇਸ ਤੋਂ ਇਲਾਵਾ ਕੁਝ ਸਾਹਿਤਕ ਜਿਹੜੀਆਂ ਜਥੇਬੰਦੀਆਂ ਨੇ ਜਾਂ ਸਾਹਿਤਕ ਸਭਾਵਾਂ ਨੇ ਕਹਿ ਸਕਦੇ ਹੋ, ਉਹਨਾਂ ਦਾ ਮੈਂਬਰ ਬਣਨ ਦਾ ਮੌਕਾ ਮਿਲਿਆ। ਅੰਮ੍ਰਿਤਸਰ ਦੇ ਵਿੱਚ ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ ਸਾਹਿਤ ਚਿੰਤਨ ਮੰਚ, ਇਹਨਾਂ ਦੇ ਨਾਲ ਵਿਚਰ ਕੇ ਵੱਖ-ਵੱਖ ਜਿਹੜੇ ਸਾਹਿਤਕਾਰ ਨੇ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਮੈਨੂੰ ਵੱਖ-ਵੱਖ ਤਰ੍ਹਾਂ ਦੇ ਸਾਹਿਤ ਰੂਪ, ਜਿਵੇਂ ਕਵਿਤਾ ਹੈ, ਆਰਟੀਕਲ ਹੈ, ਗੀਤ ਹੈ, ਇਸ ਤਰ੍ਹਾਂ ਦੇ ਗਜ਼ਲ ਹੈ, ਲਿਖਣ ਦਾ ਮਨ ਵਿੱਚ ਸ਼ੌਕ ਜਾਗਿਆ। ਔਰ ਉਸ ਸ਼ੌਕ ਦੇ ਤਹਿਤ ਹੀ ਮੈਂ ਆਪਣੀ ਜਿਹੜੀ ਸਾਹਿਤ ਰਚਨਾ ਹੈ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ। ਜੇ ਹੋਰ ਮੈਂ ਗੱਲ ਕਰਾਂ ਤਾਂ ਮੇਰੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਹਿਤ ਰੂਪਾਂ ਦੀਆਂ ਕਿਤਾਬਾਂ ਸੀ, ਕਾਵਿ ਸੰਗ੍ਰਹਿ ਸੀ ਜਾਂ ਵਾਰਤਕ ਸੰਗ੍ਰਹਿ ਸੀ, ਉਹਨਾਂ ਦੇ ਵਿੱਚ ਮੇਰੀਆਂ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ। ਪਾਠਕਾਂ ਦਾ ਵਧੀਆ ਹੁੰਗਾਰਾ ਮਿਲਦਾ ਗਿਆ। ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਹਿਤਕ ਸਮਾਗਮ ਸਨ ਉਹਨਾਂ ਦਾ ਹਿੱਸਾ ਬਣਨ ਦਾ ਵੀ ਮਾਣ ਜਿਹੜਾ ਉਹ ਮਿਲਦਾ ਰਿਹਾ, ਅਤੇ ਹੌਲੀ-ਹੌਲੀ ਸਾਹਿਤਕ ਸਫ਼ਰ ਜਿਹੜਾ ਹੈ ਉਹ ਅੱਗੇ ਵੱਧਦਾ ਗਿਆ। ਜੇ ਮੈਂ ਗੱਲ ਕਰਾਂ ਆਪਣੀ ਮੌਲਿਕ ਕਿਤਾਬ ਦੀ, ਮੇਰੀ ਪਹਿਲੀ ਮੌਲਿਕ ਕਿਤਾਬ 2023 ਵਿੱਚ ਜਨਵਰੀ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ, ਦੋਹਾ ਸੰਗ੍ਰਹਿ ਦੀਵੇ ਸੁੱਚੀ ਸੋਚ ਦੇ। ਅਸਲ ਵਿੱਚ ਇਸ ਦੇ ਜਿਹੜੇ ਦੋਹੇ ਨੇ 410 ਦੋਹੇ ਸੁਹਾਵੀ ਪ੍ਰਕਾਸ਼ਨ ਵੱਲੋਂ ਇਸ ਕਿਤਾਬ ਵਿੱਚ ਸ਼ਾਮਲ ਨੇ। ਇਹ ਕਰੋਨਾ ਟਾਈਮ ਦੇ ਵਿੱਚ ਮੈਂ ਆਪਣੇ ਆਪ ਨੂੰ ਸਾਹਿਤ ਅਧਿਐਨ ਵਾਲੇ ਪਾਸੇ ਲਗਾਇਆ। ਕੁਝ ਕਿਤਾਬਾਂ ਪੜ੍ਹੀਆਂ ਕਵਿਤਾ ਦੀਆਂ, ਉਹਨਾਂ ਵਿੱਚ ਦੋਹਾ ਸਾਹਿਤ ਰੂਪ ਜਿਹੜਾ ਹੈ ਉਹ ਵੀ ਪੜ੍ਹਨ ਦਾ ਮੌਕਾ ਮਿਲਿਆ। ਫਿਰ ਮੈਂ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਦੇ ਜਿਹੜੇ 2 ਸਤਰਾਂ ਵਾਲਾ ਇੱਕ ਸਾਹਿਤ ਰੂਪ ਜਿਸ ਨੂੰ ਦੋਹਾ ਕਿਹਾ ਜਾਂਦਾ ਹੈ ਉਹ ਵੀ ਮੈਂ ਲਿਖ ਸਕਦਾ। ਮੈਂ ਮਹਿਸੂਸ ਕੀਤਾ, ਮੈਂ ਲਿਖਿਆ, ਕੁਛ ਇੱਕ ਦੋਹੇ ਲਿਖੇ ਅਤੇ ਉਸਤਾਦ ਸ਼ਾਇਰ ਜਨਾਬ ਸਰਬਜੀਤ ਸਿੰਘ ਸੰਧੂ ਜੀ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਤੋਂ ਮੈਂ ਉਹ ਚੈੱਕ ਕਰਵਾਏ। ਉਹਨਾਂ ਨੇ ਕਿਹਾ ਕਿ ਹਾਂ ਇਹ ਛਪਣਯੋਗ ਨੇ, ਇਹਨਾਂ ਦਾ ਵਿੱਚ ਕੋਈ ਗੱਲ ਹੈ ਦੋਹਿਆਂ ਵਾਲੀ। ਮੇਰਾ ਹੌਸਲਾ ਹੋਰ ਵਧਿਆ, ਮੈਂ ਹੋਰ ਦੋਹੇ ਲਿਖੇ ਅਤੇ ਇੱਕ ਕਵਿਤਾ ਦੀ ਕਹਿ ਲਓ, ਦੋਹਿਆਂ ਦੀ ਜਿਹੜਾ ਕਾਵਿ ਸੰਗ੍ਰਹਿ ਹੈ ਇਹ ਅੱਜ ਪਾਠਕਾਂ ਦੇ ਹੱਥ ਵਿੱਚ ਹੈ, ਜਿਸ ਦਾ ਨਾਂ ਹੈ ਦੀਵੇ ਸੁੱਚੀ ਸੋਚ ਦੇ। ਇਸ ਤੋਂ ਇਲਾਵਾ ਪੰਜਾਬੀ ਸਾਹਿਤ ਸੰਗਮ ਦਾ ਮੈਂਬਰ ਹੋਣ ਦੇ ਨਾਤੇ ਇੱਕ ਸਰਬਜੀਤ ਸਿੰਘ ਸੰਧੂ ਜੀ ਵੱਲੋਂ ਇੱਕ WhatsApp ਗਰੁੱਪ ਦੇ ਉੱਪਰ ਇੱਕ ਗਰੁੱਪ ਬਣਾਇਆ ਗਿਆ ਸੀ ਜਿਸ ਦਾ ਨਾਂ ਸੀ ਰਾਬਤਾ ਮੁਕਾਲਮਾ।
ਅੱਜ ਕੱਲ੍ਹ ਰਾਬਤਾ ਮੁਕਾਲਮਾ ਇੱਕ ਸਾਹਿਤ ਮੰਚ ਬਣ ਚੁੱਕਾ ਹੈ। ਉਸ ਸਮੇਂ ਇਸ ਗਰੁੱਪ ਦੇ ਵਿੱਚ ਵੱਖ-ਵੱਖ ਜਿਹੜੇ ਇਹਦੇ ਮੈਂਬਰ ਸਨ, ਉਹ ਆਪਣੀਆਂ ਰਚਨਾਵਾਂ ਸਾਂਝੀਆਂ ਕਰਦੇ ਸਨ। ਉਹਨਾਂ ਨੂੰ ਤਕਨੀਕੀ ਨੁਕਤਾ ਨਿਗਾਹ ਤੋਂ ਉਸਤਾਦ ਸ਼ਾਇਰ ਸਰਬਜੀਤ ਸਿੰਘ ਸੰਧੂ ਜੀ ਪਰਖਦੇ ਸਨ। ਉਹਨਾਂ ਵਿੱਚ ਕਿਹੜੀਆਂ ਕਮੀਆਂ ਨੇ, ਕਿਹੜਾ ਉਹਦੇ ਵਿੱਚ ਸੁਧਾਰ ਹੋ ਸਕਦਾ ਹੈ, ਉਹ ਸਾਰਾ ਉਹਦੇ ਵਿੱਚ ਉਹਨਾਂ ਦੀ ਚਰਚਾ ਕੀਤੀ ਜਾਂਦੀ ਸੀ। ਅਤੇ ਮੇਰੇ ਵੀ ਜਿਹੜੇ ਦੋਹੇ ਹੈ ਇਹਨਾਂ ਦਾ ਹਿੱਸਾ ਬਣਦੇ ਰਹੇ। ਮੈਨੂੰ ਬਾਕੀ ਜਿਹੜੇ ਸਾਹਿਤਕਾਰ ਸੱਜਣ ਨੇ, ਦੋਸਤ ਨੇ, ਉਹਨਾਂ ਵੱਲੋਂ ਹੱਲਾਸ਼ੇਰੀ ਮਿਲਦੀ ਰਹੀ ਅਤੇ ਮੈਂ ਫਿਰ ਇਹ ਜਿਹੜਾ ਸਾਹਿਤ ਰੂਪ ਹੈ ਦੋਹਾ, ਇਹਦੇ 'ਤੇ ਨਿੱਠ ਕੇ ਕੰਮ ਕਰਕੇ ਅਤੇ ਕਿਤਾਬ ਜਿਹੜੀ ਉਹ ਪਾਠਕਾਂ ਦੇ ਹੱਥਾਂ ਵਿੱਚ ਇਹ ਜਿਹੜੀ ਪਹੁੰਚੀ। ਇਸ ਕਰਕੇ ਇਸ ਤੋਂ ਇਲਾਵਾ ਸਾਹਿਤ ਪੜ੍ਹਨ ਦਾ ਸ਼ੌਕ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜਿਹੜਾ ਵਾਰਤਕ ਰੂਪ ਹੈ ਉਹਦੇ ਉੱਪਰ ਕਲਮ ਅਜ਼ਮਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੇਰੇ ਕੁਝ ਆਰਟੀਕਲ, ਕੁਝ ਲੇਖ ਜਿਹੜੇ ਹੈ ਉਹ ਵੱਖ-ਵੱਖ ਅਖਬਾਰਾਂ ਵਿੱਚ ਲੱਗੇ ਹੋਏ ਨੇ, ਔਰ ਉਹਨਾਂ ਅਖਬਾਰਾਂ ਵਿੱਚ ਜਦੋਂ ਲੱਗਦੇ ਨੇ ਆਰਟੀਕਲ, ਲੇਖ ਲੱਗਦੇ ਹੈ, ਪਾਠਕਾਂ ਦੇ ਫੋਨ ਆਉਂਦੇ ਨੇ। ਬੜਾ ਮਨ ਨੂੰ ਅੱਛਾ ਲੱਗਦਾ, ਚੰਗਾ ਲੱਗਦਾ ਹੈ ਕਿ ਅਸੀਂ ਕੋਈ ਚੰਗਾ ਕੰਮ ਕਰ ਰਹੇ ਹਾਂ ਜਿਸ ਦੀ ਸ਼ਲਾਘਾ ਹੋ ਰਹੀ ਹੈ। ਸੋ ਇਸ ਕਰਕੇ ਜੇ ਆਉਣ ਵਾਲੇ ਸਮੇਂ ਦੀ ਮੈਂ ਗੱਲ ਕਰਾਂ ਤਾਂ ਮੇਰਾ ਇੱਕ ਅਗਲੀ ਜਿਹੜੀ ਕਿਤਾਬ ਦਾ ਇਰਾਦਾ ਹੈ ਮੇਰੇ ਮਨ ਦੇ ਵਿੱਚ ਇੱਕ ਪਨਪ ਰਿਹਾ ਹੈ ਕਿ ਮੈਂ ਵਾਰਤਕ ਦੀ ਕਿਤਾਬ ਜਿਹੜੀ ਹੈ ਉਹ ਪਾਠਕਾਂ ਦੇ ਰੂਬਰੂ ਕਰਾਂ। ਇੱਕ ਉਹਦੇ ਵਿੱਚ ਵਧੀਆ ਵਿਸ਼ਿਆਂ ਨੂੰ ਲੈ ਕੇ ਵਾਰਤਕ ਸੰਗ੍ਰਹਿ ਜਿਹੜਾ ਹੈ ਉਹ ਹੋਵੇਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਇੱਛਾ ਦੇ ਨਾਲ ਮੈਂ ਕੰਮ ਕਰ ਰਿਹਾ ਹਾਂ। ਬਹੁਤ ਸਾਰੇ ਆਰਟੀਕਲ ਮੇਰੇ ਅਖਬਾਰਾਂ ਵਿੱਚ ਛਪੇ ਵੀ ਨੇ, ਕੁਝ ਮੈਂ ਨਵੇਂ ਲਿਖ ਵੀ ਰਿਹਾ ਹਾਂ ਅਤੇ ਬੜੀ ਜਲਦ ਪਾਠਕਾਂ ਦੇ ਰੂਬਰੂ ਹੋਵਾਂਗਾ ਇੱਕ ਨਵੀਂ ਕਿਤਾਬ ਲੈ ਕੇ, ਵਾਰਤਕ ਸੰਗ੍ਰਹਿ। ਉਸ 'ਤੇ ਵੀ ਅਸੀਂ ਬਾਅਦ ਵਿੱਚ ਚਰਚਾ ਕਰਾਂਗੇ। ਸੋ ਤਦ ਤੱਕ ਲਈ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ ਜੀ।